ਸਤਿ ਸ਼੍ਰੀ ਅਕਾਲ ਜੀ। ਅੱਜ ਦੀ ਇਸ ਵੀਡੀਓ ਦੇ ਵਿੱਚ ਤੁਸੀਂ ਮਾਈਕਰੋਸਾਫਟ ਪਾਵਰਪੁਆਇੰਟ ਦੀ ਹੋਮ ਟੈਬ ਦੇ ਸਲਾਈਡ ਗਰੁੱਪ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਆਪਣੀ ਪਿਛਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਹੋਮ ਟੈਬ ਦੇ ਕਲਿੱਪਬੋਰਡ ਬਾਰੇ ਜਾਣਕਾਰੀ ਦਿੱਤੀ ਸੀ। ਜੇਕਰ ਤੁਸੀਂ ਹੁਣ ਤੱਕ ਉਸ ਵੀਡੀਓ ਨੂੰ ਨਹੀਂ ਦੇਖਿਆ ਹੈ ਤਾਂ ਉਸ ਵੀਡੀਓ ਦਾ ਲਿੰਕ ਤੁਹਾਨੂੰ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਵੇਗਾ। ਸੋ ਅੱਜ ਅਸੀਂ ਗੱਲ ਕਰਦੇ ਹਾਂ ਹੋਮ ਟੈਬ ਦੀ ਸਲਾਈਡ ਗਰੁੱਪ ਦੇ ਬਾਰੇ ਵਿੱਚ। ਸੋ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਮੈਂ ਮਾਈਕਰੋਸਾਫਟ ਪਾਵਰਪੁਆਇੰਟ ਨੂੰ ਓਪਨ ਕਰ ਲਿਆ ਹੈ। ਸੋ ਇੱਥੇ ਹੋਮ ਟੈਬ ਦੇ ਵਿੱਚ ਸਾਡੇ ਕੋਲ ਜਿਹੜਾ ਸੈਕੰਡ ਗਰੁੱਪ ਮਿਲਦਾ ਹੈ ਉਸ ਗਰੁੱਪ ਦਾ ਨਾਮ ਹੈ ਸਲਾਈਡਸ ਗਰੁੱਪ। ਤੁਸੀਂ ਇਸ ਗਰੁੱਪ ਦੀ ਮਦਦ ਨਾਲ ਆਪਣੀਆਂ ਸਲਾਈਡਾਂ ਦੇ ਉੱਤੇ ਕੰਮ ਕਰ ਸਕਦੇ ਹੋ। ਸੋ ਸਾਨੂੰ ਇੱਥੇ 4 ਬਟਨ ਮਿਲ ਰਹੇ ਹਨ। ਸਭ ਤੋਂ ਪਹਿਲਾ ਬਟਨ ਜੋ ਹੈ ਉਸ ਬਟਨ ਦਾ ਨਾਮ ਹੈ ਨਿਊ ਸਲਾਈਡ। ਸੋ ਇਸ ਬਟਨ ਨੂੰ ਅਸੀਂ ਆਪਣੀ ਪਾਵਰਪੁਆਇੰਟ ਦੀ ਪ੍ਰੈਜੈਂਟੇਸ਼ਨ ਦੇ ਵਿੱਚ ਅਗਰ ਇੱਕ ਨਵੀਂ ਸਲਾਈਡ ਦਾਖਲ ਕਰਨਾ ਚਾਹੁੰਦੇ ਹਾਂ ਤਾਂ ਨਵੀਂ ਸਲਾਈਡ ਦਾਖਲ ਕਰਨ ਦੇ ਲਈ ਇਸ ਦੀ ਵਰਤੋਂ ਅਸੀਂ ਕਰਦੇ ਹਾਂ। ਸੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਸ ਬਟਨ ਦੇ ਉੱਤੇ ਕਲਿੱਕ ਕਰਕੇ ਦਿਖਾ ਦਿੰਦਾ ਹਾਂ। ਸੋ ਜਿਵੇਂ ਹੀ ਅਸੀਂ ਇਸ ਬਟਨ ਦੇ ਉੱਤੇ ਕਲਿੱਕ ਕੀਤਾ ਤੁਸੀਂ ਦੇਖੋਗੇ ਕਿ ਸਾਡੇ ਲੈਫਟ ਪੇਨ ਦੇ ਵਿੱਚ ਸਲਾਈਡ ਟੈਬ ਦੇ ਅੰਡਰ ਇੱਕ ਨਵੀਂ ਸਲਾਈਡ ਐਡ ਹੋ ਚੁੱਕੀ ਹੈ। ਹੁਣ ਤੁਸੀਂ ਦੇਖੋ ਕਿ ਇਸ ਨਿਊ ਬਟਨ ਦੇ ਹੇਠਾਂ ਸਾਨੂੰ ਇੱਕ ਛੋਟਾ ਜਿਹਾ ਡਾਊਨ ਐਰੋ ਮਿਲ ਰਿਹਾ ਹੈ। ਜਦੋਂ ਹੀ ਮੈਂ ਇਸ ਦੇ ਉੱਤੇ ਕਲਿੱਕ ਕਰਦਾ ਹਾਂ ਤਾਂ ਇੱਕ ਨਵੀਂ ਵਿੰਡੋ ਓਪਨ ਹੋ ਜਾਂਦੀ ਹੈ। ਇਸ ਦੇ ਵਿੱਚ ਸਾਨੂੰ ਅਲੱਗ-ਅਲੱਗ ਤਰ੍ਹਾਂ ਦੀ ਲੇਆਊਟ ਦੇ ਵੱਖਰੇ-ਵੱਖਰੇ ਸਲਾਈਡ ਦਿਖਾਈ ਦੇ ਰਹੇ ਹਨ। ਯਾਨੀ ਕਿ ਅਸੀਂ ਅਲੱਗ-ਅਲੱਗ ਤਰ੍ਹਾਂ ਦੀ ਲੇਆਊਟ ਨੂੰ ਸਿਲੈਕਟ ਕਰ ਸਕਦੇ ਹਾਂ। ਸੋ ਜਿਹੜੀ ਵੀ ਲੇਆਊਟ ਦੀ ਤੁਹਾਨੂੰ ਜ਼ਰੂਰਤ ਹੈ ਤੁਸੀਂ ਉਸ ਲੇਆਊਟ ਨੂੰ ਇੱਥੋਂ ਸਿਲੈਕਟ ਕਰ ਸਕਦੇ ਹੋ। ਇਸ ਤੋਂ ਇਲਾਵਾ ਸਾਨੂੰ ਇਸ ਲੇਆਊਟ ਦੇ ਹੇਠਾਂ ਸਾਨੂੰ ਇੱਕ ਡੁਪਲੀਕੇਟ ਸਿਲੈਕਟ ਸਲਾਈਡ ਦੀ ਇੱਕ ਆਪਸ਼ਨ ਮਿਲਦੀ ਹੈ। ਜੇਕਰ ਤੁਸੀਂ ਆਪਣੀ ਸਲਾਈਡ ਦੀ ਇੱਕ ਡੁਪਲੀਕੇਟ ਕਾਪੀ ਬਣਾਉਣਾ ਚਾਹੁੰਦੇ ਹੋ ਤਾਂ ਜਿਸ ਸਲਾਈਡ ਦੀ ਤੁਸੀਂ ਆਪਣੀ ਡੁਪਲੀਕੇਟ ਕਾਪੀ ਬਣਾਉਣਾ ਚਾਹੁੰਦੇ ਹੋ ਉਸ ਸਲਾਈਡ ਨੂੰ ਤੁਸੀਂ ਇੱਥੋਂ ਸਿਲੈਕਟ ਕਰ ਲਓ। ਜਿਵੇਂ ਕਿ ਮੈਂ ਇੱਥੇ ਪਹਿਲੀ ਸਲਾਈਡ ਨੂੰ ਸਿਲੈਕਟ ਕਰ ਲਿਆ ਹੈ। ਹਾਲਾਂਕਿ ਦੋਨੋਂ ਹੀ ਸਲਾਈਡਸ ਖਾਲੀ ਹਨ ਪਰ ਮੈਂ ਇੱਥੇ ਪਹਿਲੀ ਸਲਾਈਡ ਨੂੰ ਜਿਵੇਂ ਹੀ ਸਿਲੈਕਟ ਕੀਤਾ ਇਸ ਤੋਂ ਬਾਅਦ ਮੈਂ ਇੱਥੇ ਨਿਊ ਸਲਾਈਡ ਦੇ ਹੇਠਾਂ ਕਲਿੱਕ ਕੀਤਾ ਤੇ ਤੁਸੀਂ ਦੇਖੋ ਕਿ ਜਿਵੇਂ ਹੀ ਮੈਂ ਇੱਥੇ ਡੁਪਲੀਕੇਟ ਸਿਲੈਕਟਡ ਸਲਾਈਡ ਦੇ ਉੱਤੇ ਕਲਿੱਕ ਕਰਾਂਗਾ ਤਾਂ ਇਸ ਦੇ ਵਰਗੀ ਇੱਕ ਨਵੀਂ ਸਲਾਈਡ ਬਣ ਜਾਵੇਗੀ। ਸੋ ਇਸ ਤੋਂ ਇਲਾਵਾ ਸਾਨੂੰ ਇੱਥੇ ਹੇਠਾਂ ਕੁਝ ਇੱਕ ਹੋਰ ਬਟਨ ਮਿਲ ਰਹੇ ਹਨ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਸਾਨੂੰ ਇੱਥੇ ਜਿਹੜੀ ਅਗਲੀ ਆਪਸ਼ਨ ਮਿਲ ਰਹੀ ਹੈ ਉਸ ਦਾ ਨਾਮ ਹੈ ਸਲਾਈਡਸ ਫਰੋਮ ਆਊਟਲਾਈਨ। ਇਸ ਦਾ ਮਤਲਬ ਹੈ ਕਿ ਜੇਕਰ ਤੁਸੀਂ ਆਪਣੇ ਕੰਪਿਊਟਰ ਸਿਸਟਮ ਦੇ ਵਿੱਚ ਪਹਿਲਾਂ ਤੋਂ ਹੀ ਕੋਈ ਸਲਾਈਡ ਬਣਾ ਕੇ ਉਸ ਨੂੰ ਸੇਵ ਕੀਤਾ ਹੋਇਆ ਹੈ ਤਾਂ ਤੁਸੀਂ ਉਸ ਨੂੰ ਇੱਥੇ ਇੰਪੋਰਟ ਕਰ ਸਕਦੇ ਹੋ। ਇਸ ਤੋਂ ਇਲਾਵਾ ਸਾਡੇ ਕੋਲ ਥਰਡ ਆਪਸ਼ਨ ਮਿਲ ਰਹੀ ਹੈ ਰੀਯੂਜ਼ ਸਲਾਈਡਸ। ਜੇਕਰ ਤੁਸੀਂ ਪਾਵਰਪੁਆਇੰਟ ਦੇ ਵਿੱਚ ਪਹਿਲਾਂ ਤੋਂ ਹੀ ਕੋਈ ਪ੍ਰੈਜੈਂਟੇਸ਼ਨ ਬਣਾ ਕੇ ਉਸ ਨੂੰ ਸੇਵ ਕੀਤਾ ਹੋਇਆ ਹੈ ਅਤੇ ਤੁਸੀਂ ਉਸ ਪ੍ਰੈਜੈਂਟੇਸ਼ਨ ਦੇ ਵਿੱਚੋਂ ਆਪਣੀਆਂ ਕੁਝ ਸਲਾਈਡਾਂ ਨੂੰ ਯੂਜ਼ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਆਪਸ਼ਨ ਦੇ ਉੱਤੇ ਕਲਿੱਕ ਕਰ ਸਕਦੇ ਹੋ। ਜਿਵੇਂ ਹੀ ਇੱਥੇ ਕਲਿੱਕ ਕਰੋਗੇ ਸੱਜੇ ਹੱਥ ਇੱਕ ਨਵੀਂ ਵਿੰਡੋ ਓਪਨ ਹੋ ਜਾਵੇਗੀ। ਇੱਥੋਂ ਤੁਸੀਂ ਆਪਣੀ ਉਸ ਪ੍ਰੈਜੈਂਟੇਸ਼ਨ ਨੂੰ ਬਰਾਊਜ਼ ਕਰ ਸਕਦੇ ਹੋ ਅਤੇ ਉਹਨਾਂ ਸਲਾਈਡਸ ਨੂੰ ਇੱਥੇ ਇੰਪੋਰਟ ਕਰ ਸਕਦੇ ਹੋ। ਸੋ ਇਹ ਤਾਂ ਸੀ ਸਾਡਾ ਨਿਊ ਬਟਨ। ਇਸ ਤੋਂ ਇਲਾਵਾ ਸਾਨੂੰ ਇੱਥੇ ਇੱਕ ਡਿਲੀਟ ਬਟਨ ਵੀ ਮਿਲ ਜਾਂਦਾ ਹੈ ਜਿਸ ਦੀ ਵਰਤੋਂ ਕਰਕੇ ਅਸੀਂ ਆਪਣੀ ਕਿਸੇ ਸਲਾਈਡ ਨੂੰ ਡਿਲੀਟ ਕਰ ਸਕਦੇ ਹਾਂ। ਸੋ ਜਿਹੜੀ ਵੀ ਸਲਾਈਡ ਨੂੰ ਅਸੀਂ ਡਿਲੀਟ ਕਰਨਾ ਹੈ ਉਸ ਸਲਾਈਡ ਦੇ ਉੱਤੇ ਕਲਿੱਕ ਕਰ ਲਓ। ਸੋ ਜਿਵੇਂ ਹੀ ਅਸੀਂ ਡਿਲੀਟ ਬਟਨ ਤੇ ਕਲਿੱਕ ਕਰਾਂਗੇ ਤੁਸੀਂ ਦੇਖੋਗੇ ਕਿ ਸਾਡੀ ਜਿਹੜੀ ਸਿਲੈਕਟਡ ਸਲਾਈਡ ਹੈਗੀ ਆ ਉਹ ਡਿਲੀਟ ਹੋ ਜਾਵੇਗੀ। ਸੋ ਹੁਣ ਸਾਨੂੰ ਇੱਥੇ ਇੱਕ ਲੇਆਊਟ ਦੀ ਆਪਸ਼ਨ ਮਿਲ ਰਹੀ ਹੈਗੀ ਆ। ਲੇਆਊਟ ਦਾ ਅਰਥ ਹੁੰਦਾ ਹੈ ਕਿ ਸਾਡਾ ਕੋਈ ਵੀ ਆਬਜੈਕਟ ਸਾਡੇ ਪੇਜ ਦੇ ਉੱਤੇ ਜਾਂ ਫਿਰ ਸਾਡੀ ਸਲਾਈਡ ਦੇ ਉੱਤੇ ਕਿੱਥੇ ਕੁ ਨਜ਼ਰ ਆਵੇਗਾ ਉਸ ਆਬਜੈਕਟ ਦੀ ਪੋਜੀਸ਼ਨ ਨੂੰ ਨਿਰਧਾਰਿਤ ਕਰਨਾ। ਸੋ ਉਸ ਆਬਜੈਕਟ ਦੀ ਪੋਜੀਸ਼ਨ ਨੂੰ ਨਿਰਧਾਰਿਤ ਕਰਨ ਲਈ ਸਾਡੇ ਕੋਲ ਅਲੱਗ-ਅਲੱਗ ਤਰ੍ਹਾਂ ਦੀ ਲੇਆਊਟ ਵਾਲੀਆਂ ਸਲਾਈਡਾਂ ਮਿਲ ਜਾਂਦੀਆਂ ਹਨ। ਸਾਨੂੰ ਜਿਹੜੀ ਵੀ ਸਲਾਈਡ ਦੀ ਜਿਸ ਵੀ ਤਰ੍ਹਾਂ ਦੀ ਲੇਆਊਟ ਚਾਹੀਦੀ ਹੈਗੀ ਆ ਅਸੀਂ ਉਸ ਸਲਾਈਡ ਦੀ ਉਸੇ ਤਰ੍ਹਾਂ ਦੀ ਲੇਆਊਟ ਨੂੰ ਅਸੀਂ ਇਥੋਂ ਸਿਲੈਕਟ ਕਰ ਸਕਦੇ ਹਾਂ। ਤੁਸੀਂ ਦੇਖ ਸਕਦੇ ਹੋ ਕਿ ਸਾਨੂੰ ਇੱਥੇ ਟਾਈਟਲ ਸਲਾਈਡਸ, ਟਾਈਟਲ ਐਂਡ ਕੰਟੈਂਟ, ਸੈਕਸ਼ਨ ਹੈਡਰ, ਟੂ ਕੰਟੈਂਟ, ਕੰਪੈਰੀਜ਼ਨ, ਟਾਈਟਲ ਓਨਲੀ ਜਾਂ ਫਿਰ ਸਾਨੂੰ ਬਲੈਂਕ ਅਤੇ ਹੋਰ ਵੀ ਬਹੁਤ ਸਾਰੀਆਂ ਆਪਸ਼ਨ ਇੱਥੇ ਸਾਨੂੰ ਮਿਲ ਜਾਂਦੀਆਂ ਹਨ। ਤੁਸੀਂ ਜਿਹੜੀ ਵੀ ਲੇਆਊਟ ਨੂੰ ਸਿਲੈਕਟ ਕਰਨਾ ਹੈ ਇੱਥੋਂ ਤੁਸੀਂ ਸਿਲੈਕਟ ਕਰ ਸਕਦੇ ਹੋ ਅਤੇ ਉਸੇ ਤਰ੍ਹਾਂ ਦੀ ਲੇਆਊਟ ਤੁਹਾਨੂੰ ਇੱਥੇ ਮਿਲ ਜਾਵੇਗੀ। ਸੋ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਮੈਂ ਕੰਪੈਰੀਜ਼ਨ ਵਾਲੀ ਲੇਆਊਟ ਸਿਲੈਕਟ ਕਰ ਲਈ ਹੈਗੀ ਆ। ਇੱਥੇ ਹੁਣ ਜੇਕਰ ਅਸੀਂ ਕਿਸੇ ਆਬਜੈਕਟ ਨੂੰ ਕੰਪੇਅਰ ਕਰਨਾ ਚਾਹੁੰਦੇ ਹਾਂ ਤਾਂ ਇੱਥੇ ਬਹੁਤ ਹੀ ਆਸਾਨੀ ਦੇ ਨਾਲ ਅਸੀਂ ਕੰਪੇਅਰ ਕਰ ਸਕਦੇ ਹਾਂ। ਸੋ ਅਗਲੀ ਸਾਡੇ ਕੋਲ ਆਪਸ਼ਨ ਹੈ ਰੀਸੈਟ। ਸੋ ਜੇਕਰ ਅਸੀਂ ਆਪਣੀ ਸਲਾਈਡ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਲੇਆਊਟ ਨੂੰ ਰੀਸੈਟ ਕੀਤਾ ਹੈ ਯਾਨੀ ਕਿ ਮੈਂ ਅਗਰ ਇਸ ਲੇਆਊਟ ਨੂੰ ਰੀਸੈਟ ਕਰ ਦਿੰਦਾ ਹਾਂ ਯਾਨੀ ਕਿ ਮੈਂ ਇਸ ਲੇਆਊਟ ਦੇ ਵਿੱਚ ਕੁਝ ਤਰ੍ਹਾਂ ਦੇ ਬਦਲਾਵ ਕਰ ਦਿੰਦਾ ਹਾਂ ਅਤੇ ਉਸ ਬਦਲਾਵ ਨੂੰ ਮੈਂ ਰੀਸੈਟ ਕਰਨਾ ਚਾਹੁੰਦਾ ਹਾਂ ਤਾਂ ਇੱਥੇ ਮੈਂ ਰੀਸੈਟ ਆਪਸ਼ਨ ਦੇ ਉੱਤੇ ਕਲਿੱਕ ਕਰਾਂਗਾ ਤਾਂ ਮੇਰੇ ਦੁਆਰਾ ਲੇਆਊਟ ਵਿੱਚ ਕੀਤੇ ਗਏ ਬਦਲਾਵ ਇੱਥੋਂ ਰੀਸੈਟ ਹੋ ਜਾਣਗੇ। ਸੋ ਇਹ ਤਾਂ ਸੀ ਸਾਡੀ ਮਾਈਕਰੋਸਾਫਟ ਪਾਵਰਪੁਆਇੰਟ ਦੀ ਹੋਮ ਟੈਬ ਦੇ ਸਲਾਈਡ ਗਰੁੱਪ ਦੇ ਅੰਡਰ ਜਿੰਨੇ ਵੀ ਆਪਸ਼ਨ ਆਉਂਦੇ ਹਨ ਉਹਨਾਂ ਸਾਰੀ ਹੀ ਆਪਸ਼ਨ ਨੂੰ ਮੈਂ ਯੂਜ਼ ਕਰਕੇ ਇੱਥੇ ਤੁਹਾਨੂੰ ਦਿਖਾਇਆ ਹੈ। ਇਸ ਤੋਂ ਇਲਾਵਾ ਮਾਈਕਰੋਸਾਫਟ ਪਾਵਰਪੁਆਇੰਟ ਦੇ ਵਿੱਚ ਹੋਮ ਟੈਬ ਦੇ ਅੰਡਰ ਤੁਹਾਨੂੰ ਫੌਂਟ ਗਰੁੱਪ, ਪੈਰਾਗ੍ਰਾਫ ਗਰੁੱਪ, ਡਰਾਇੰਗ ਗਰੁੱਪ ਅਤੇ ਐਡੀਟਿੰਗ ਗਰੁੱਪ ਵੀ ਮਿਲ ਜਾਂਦੇ ਹਨ ਜਿਨ੍ਹਾਂ ਦੀ ਵੀਡੀਓ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਮਿਲਦੀ ਰਹੇਗੀ। ਸੋ ਉਹਨਾਂ ਵੀਡੀਓਜ਼ ਦੀ ਨੋਟੀਫਿਕੇਸ਼ਨ ਪ੍ਰਾਪਤ ਕਰਨ ਦੇ ਲਈ ਜੇਕਰ ਤੁਸੀਂ ਹੁਣ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਵੀਡੀਓ ਦੇ ਹੇਠਾਂ ਲਾਲ ਰੰਗ ਦੇ ਸਬਸਕ੍ਰਾਈਬ ਬਟਨ ਦੇ ਉੱਤੇ ਕਲਿੱਕ ਕਰਕੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਉਸੇ ਦੇ ਨਾਲ ਤੁਸੀਂ ਬੈਲ ਆਈਕਨ ਨੂੰ ਵੀ ਦਬਾ ਲੈਣਾ। ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਮੇਰੀਆਂ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲ ਜਾਇਆ ਕਰੇਗੀ। ਸੋ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਸ ਵੀਡੀਓ ਤੋਂ ਕੋਈ ਨਵੀਂ ਜਾਣਕਾਰੀ ਮਿਲੀ ਹੋਵੇਗੀ। ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ। ਸੋ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ। ਤਦ ਤੱਕ ਲਈ ਧੰਨਵਾਦ। ਸਤਿ ਸ਼੍ਰੀ ਅਕਾਲ।